ਉਹ ਮਸਕੀਨ ਜੀ ਕਥਾ ਕਰਨ ਤੇ ਇੱਕ ਬੀਬੀ ਦੇ ਸਿਰ ਲੱਗ ਪਈ, ਜ਼ੋਰ ਜ਼ੋਰ ਨਾ ਮਾਰ। ਉਹ ਬੈਠੇ ਬੈਠੇ ਕਹਿੰਦੇ ਵੀ ਇਹ ਕੀ ਹੋ ਗਿਆ? ਕਥਾ ਕਰਦੇ ਕਰਦੇ ਉਹ ਰਸ ਬੇਰਸਾ ਹੋ ਗਿਆ। ਦੋ ਚਾਰ ਵਾਰੀ ਚੁੱਪ ਵੀ ਕਰਾਇਆ, ਭਾਈ ਇਹਨੂੰ ਚੁੱਪ ਕਰਾਓ। ਉਹ ਕਿੱਥੇ ਹਟੇ, ਉਹ ਫਿਰ ਉਵੇਂ ਕਰੀ ਜਾਂਦੇ। ਆਖਿਰਕਾਰ ਫਿਰ ਉਹ ਕਥਾ ਬੰਦ ਕਰਨੀ ਪਈ ਵਿੱਚ ਹੀ। ਕੈਮਰੇ ਵੀ ਚੱਲਦੇ ਸੀ, ਰਿਕਾਰਡਿੰਗ ਵੀ ਹੋ ਰਹੀ ਸੀ। ਕਹਿੰਦੇ ਲੈ ਆਓ ਇਹਨੂੰ, ਲੈ ਆਏ। ਕਹਿੰਦੇ ਬੀਬੀ ਕੀ ਹੋਇਆ ਤੈਨੂੰ? ਉਹਦੀ ਆਵਾਜ਼ ਭਾਰੀ ਸੀ ਤੇ ਉਹ ਕਹਿੰਦੀ, ਉਹ ਬੀਬੀ ਬੋਲੀ ਕਿ ਮੈਂ ਤੇ ਮੁਸਲਮਾਨ। ਮਸਕੀਨ ਜੀ ਹੱਸਣ ਲੱਗ ਪਏ। ਕਹਿੰਦੇ ਬੀਬੀ ਇਹੋ ਜਿਹਾ ਕੰਮ ਕਿਉਂ ਕਰਦੀ ਹੈ? ਮੁਸਲਮਾਨ ਕਿੱਥੇ ਆ ਗਿਆ ਇੱਥੇ? ਕਿਉਂ ਝੂਠ ਬੋਲਦੀ? ਕੁਛ ਨਹੀਂ ਹੋਇਆ ਤੈਨੂੰ। ਉਹ ਕਰੇ ਮੈਂ ਮੁਸਲਮਾਨ ਆ, ਮੰਨੇ ਹੀ ਨਾ। ਮਸਕੀਨ ਜੀ ਕਹਿਣ ਬੀਬਾ ਹੁਣ ਚੱਲ ਬਥੇਰਾ ਹੋ ਗਿਆ, ਹੁਣ ਬਸ ਕਰ, ਹੁਣ ਕਥਾ ਕਰ ਲੈਣ ਦੇ। ਸੰਗਤ ਸਾਰੀ ਗੁਰਦੁਆਰੇ ਜੁੜੀ ਹੈ, ਤੂੰ ਆਪਣਾ ਰੌਲਾ ਪਾ ਕੇ ਬੰਦ ਕਰ, ਬਹਿ ਜਾ ਹੁਣ ਟਿਕ ਕੇ। ਉਹ ਮੰਨੇ ਹੀ ਨਾ, ਕਰੇ ਮੈਂ ਮੁਸਲਮਾਨ। ਫਿਰ ਉਹ ਮਸਕੀਨ ਜੀ ਨੂੰ 5 ਨਮਾਜ਼ਾਂ ਜਿਹੜੀਆਂ ਪੜ੍ਹਦੇ ਨੇ ਨਾ ਮੁਸਲਮਾਨ, ਉਹ ਕੰਠ ਸਨ, ਵਿਦਵਾਨ ਸਨ ਬੜੇ, ਅਰਬੀ ਫਾਰਸੀ ਦੇ ਵੀ ਵਿਦਵਾਨ, ਸਭ ਕੁਝ ਆਉਂਦਾ ਸੀ, ਜਾਣਦੇ ਸੀ, ਬਹੁਤ ਗ੍ਰੰਥ ਪੜ੍ਹੇ ਸੀ ਉਹਨਾਂ ਨੇ। ਉਹ ਆਖਣ ਲੱਗੇ ਮੁਸਲਮਾਨ ਹੈ? ਕਹਿੰਦੇ ਹਾਂ। ਫਿਰ ਅੱਛਾ ਨਮਾਜ਼ਾਂ ਵੀ ਅਦਾ ਕਰਦਾ ਸੀ? ਕਹਿੰਦੇ ਕਰਦਾ ਸੀ। ਕਹਿੰਦੇ ਅੱਛਾ ਫਿਰ ਏਦਾਂ ਕਰ, ਮੈਨੂੰ ਸਵੇਰ ਦੀ ਨਮਾਜ਼ ਪੜ੍ਹ ਕੇ ਸੁਣਾ। ਕਮਾਲ ਦੀ ਗੱਲ ਏ, ਪਿੰਡ 'ਚ ਰਹਿਣ ਵਾਲੀ ਬੀਬੀ ਜਿਹੜੀ ਸਹੀ ਤਰ੍ਹਾਂ ਨਾਲ ਪੰਜਾਬੀ ਨਹੀਂ ਪੜ੍ਹ ਸਕਦੀ, ਉਹਨੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ। ਕਮਾਲ ਦੀ ਗੱਲ ਹੋਈ। ਜਦੋਂ ਉਹਨੇ ਨਮਾਜ਼ ਪੜ੍ਹੀ, ਮਸਕੀਨ ਜੀ ਕਹਿੰਦੇ ਹੁਣ ਦੁਪਹਿਰ ਵਾਲੀ ਨਮਾਜ਼ ਸੁਣਾਈ। ਸਾਰੀਆਂ ਨਮਾਜ਼ਾਂ ਵਾਰੀ ਵਾਰੀ ਕਰ ਸਿਰ ਸੁਣੀਆਂ, ਉਹਨੇ ਸੁਣਾਤੀ। ਜਦੋਂ 5 ਨਮਾਜ਼ਾਂ ਪੜ੍ਹ ਕੇ ਉਹਨੇ ਬੀਬੀ ਨੇ ਸੁਣਾਈਆਂ, ਫਿਰ ਮਸਕੀਨ ਜੀ ਨੂੰ ਤੇ ਸੰਗਤ ਨੂੰ ਭਰੋਸਾ ਹੋ ਗਿਆ ਵੀ ਇਹ ਬੀਬੀ ਨਹੀਂ ਬੋਲਦੀ, ਇਹਨੂੰ ਕਿੱਥੋਂ ਆ ਗਈਆਂ ਮੁਸਲਮਾਨਾਂ ਦੀਆਂ ਨਮਾਜ਼ਾਂ। ਜਿਹੜਾ ਸੁਲੇਮਾਨ ਸੀ ਨਾ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵੇਲੇ, ਮਹਾਂਪੁਰਖਾਂ ਵੇਲੇ, ਉਹਦੀ ਟੇਪ ਹੁਣ ਵੀ ਰਿਕਾਰਡ ਹੈ। ਉਹ ਬਿਲਕੁਲ ਪਿੰਡੂ ਬੰਦਾ ਸੀ, ਕੁਰਾਨ ਦੀਆਂ ਆਇਤਾਂ ਬੋਲਦਾ ਹੈ, ਕੈਸਟ ਵਿੱਚ ਰਿਕਾਰਡ ਹੈ। ਵੇਖੋ ਮੈਂ ਇਦਾਂ ਦੀਆਂ ਗੱਲਾਂ ਸਟੇਜ ਤੇ ਨਹੀਂ ਕਰਦਾ ਹੁੰਦਾ, ਪਰ ਮੈਂ ਉਹ ਗੱਲਾਂ ਕਰਨਾ ਜਿਨ੍ਹਾਂ ਦੇ ਸਬੂਤ ਮੌਜੂਦ ਨੇ, ਸਬੂਤ ਦੇ ਆਧਾਰ ਤੇ। ਕਿਉਂਕਿ ਕੋਈ ਕੱਲ ਨੂੰ ਆਖੇਗਾ ਜੀ ਇਹਨਾਂ ਨੇ ਇਹ ਗੱਲ ਸਟੇਜ ਤੇ ਸੁਣਾਤੀ, ਰਿਕਾਰਡਿੰਗ ਹੁੰਦੀ ਹੈ, ਲੱਖਾਂ ਦੁਨੀਆ ਕੈਸਟਾਂ ਸੁਣਦੀ ਹੈ, ਦੂਰ ਤੱਕ ਸਾਰੀਆਂ ਟੇਪਾਂ ਜਾਂਦੀਆਂ ਨੇ। ਇਹ ਨਿੱਕੀ ਜੀ ਗੱਲ ਤੇ ਸਵਾਲ ਖੜਾ ਹੋ ਜਾਂਦਾ ਵੀ ਆਹ ਗੱਲ ਕਿਵੇਂ ਹੋ ਗਈ। ਮੈਂ ਜਿਹੜੀ ਇਹ ਬੇਨਤੀ ਤੁਹਾਡੇ ਚਰਨਾਂ 'ਚ ਸਟੇਜ ਤੇ ਕਰ ਰਿਹਾ, ਇਹ ਤਾਂ ਕਰ ਰਿਹਾ ਕਿਉਂਕਿ ਇਹਦੇ ਸਬੂਤ ਮੌਜੂਦ ਨੇ, ਇਸੇ ਕਰਕੇ ਮੈਂ ਨਾਂ ਲਿਆ। ਹੁਣ ਗੁਰਮੁਖੋ, ਉਹ ਮਸਕੀਨ ਜੀ ਸੁਣਦੇ ਰਹੇ। ਉਹ ਜਿਹੜਾ ਟੇਪ ਮਹਾਂਪੁਰਖਾਂ ਦੇ ਵੇਲੇ ਦੀ ਹੈ ਸੁਲੇਮਾਨ ਦੀ, ਰਾੜਾ ਸਾਹਿਬ ਤੋਂ ਹੁਣ ਵੀ ਜਾਓ ਮਿਲ ਜਾਏਗੀ। ਰਾੜਾ ਸਾਹਿਬ ਦੀ ਵੈਬਸਾਈਟ ਤੇ ਤੁਸੀਂ ਵੇਖੋਗੇ, ਉਹਦੇ ਤੇ ਵੀ ਹੈ। ਸੁਲੇਮਾਨ ਪ੍ਰੇਤ ਸੀ, ਪ੍ਰੇਤ ਜੂਨੀ 'ਚ ਪਿਆ ਹੋਇਆ ਹੈ। ਉਹ ਵੀ ਪੀਰ ਸੀ ਕਿਸੇ ਸਮੇਂ ਦਾ। ਉਹ ਕਹਿੰਦਾ ਮੇਰੇ ਵੇਲੇ ਗੁਰੂ ਨਾਨਕ ਸਾਹਿਬ ਹੋਏ ਨੇ, ਮੈਂ ਉਦੋਂ ਦਾ ਭਟਕਦਾ ਫਿਰਦਾ। ਮੇਰੇ ਵੇਲੇ ਗੁਰੂ ਗੋਬਿੰਦ ਸਿੰਘ ਹੋਏ ਨੇ। ਕਹਿੰਦੇ ਫਿਰ ਤੇਰਾ ਭਲਾ ਉਹਨਾਂ ਨੇ ਕਿਉਂ ਨਹੀਂ ਕੀਤਾ? ਕਹਿੰਦੇ ਲਿਖਿਆ ਹੀ ਇਹਨਾਂ ਦੇ ਹੱਥੋਂ ਸੀ ਕਿ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਭਲਾ ਕਰਨਗੇ, ਹੋਣਾ ਇਹਨਾਂ ਹੱਥੋਂ ਹੈ। ਇੱਕ ਗੱਲ ਹੋਰ ਹੋਈ, ਉਹਦੇ ਵਿੱਚ ਇੱਕ ਪ੍ਰੇਮੀ ਪੁੱਛਦਾ ਹੈ, ਕਹਿੰਦੇ ਤੈਨੂੰ ਸਾਰਾ ਪਤਾ ਹੈ ਆਉਣ ਵਾਲੇ ਸਮੇਂ ਦਾ ਤੇ ਪਿਛਲੇ ਸਮੇਂ ਦਾ? ਕਹਿੰਦਾ ਪਤਾ ਹੈ। ਅੱਛਾ ਇਹ ਦੱਸ ਵੀ ਮਹਾਰਾਜ ਕਿੰਨਾ ਚਿਰ ਰਹਿਣਗੇ? ਬਾਬਾ ਈਸ਼ਰ ਸਿੰਘ ਕਿੰਨਾ ਚਿਰ ਸੰਗਤ ਨੂੰ ਦਰਸ਼ਨ ਦੇਣਗੇ? ਉਹ ਵਿੱਚ ਟੇਪ ਤੇ ਬੋਲਿਆ ਹੋਇਆ ਹੈ ਕਿ 10 ਸਾਲ ਅਜੇ ਹੋਰ ਰਹਿਣਗੇ, ਤੇ ਮਹਾਂਪੁਰਖ 10 ਸਾਲ ਹੀ ਰਹੇ ਉਦੋਂ ਬਾਅਦ, ਜਿਵੇਂ ਉਹਨੇ ਕਿਹਾ ਸੀ ਟੇਪ 'ਚ। ਹੁਣ ਵੀ ਰਿਕਾਰਡ ਹੈ। ਬੜੀਆਂ ਸੰਗਤਾਂ ਉਹ ਟੇਪ ਸੁਣਦੀਆਂ ਨੇ, ਹੈਰਾਨ ਹੋ ਜਾਈਦਾ ਸੁਣ ਕੇ ਵੀ ਅਨਪੜ੍ਹ ਬੰਦਾ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਉਹਦੇ ਅਰਥ ਕਰਦਾ ਹੈ, ਕੁਰਾਨ ਬੋਲਦਾ। ਕਮਾਲ ਦੀ ਗੱਲ ਸੀ ਇਹ। ਤੇ ਸਾਧ ਸੰਗਤ, ਇਸੇ ਤਰ੍ਹਾਂ ਜਦੋਂ ਉਹਨੇ 5 ਨਮਾਜ਼ਾਂ ਪੜ੍ਹ ਦਿੱਤੀਆਂ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਆਖਣ ਲੱਗੇ, ਕਹਿੰਦੇ ਬੀਬਾ, ਉਹ ਮੁਸਲਮਾਨ ਨੂੰ ਕਹਿੰਦੇ ਨੇ, ਕਹਿੰਦੇ ਤੂੰ ਦੱਸ ਵੀ ਤੂੰ ਨਮਾਜ਼ਾਂ ਪੜ੍ਹ ਲੈਣਾ ਹੈ, ਇਹਦਾ ਮਤਲਬ ਨਮਾਜ਼ ਅਦਾ ਕਰਦਾ ਹੋਏਗਾ? ਕਹਿੰਦਾ ਕਰਦਾ ਸੀ। ਫਿਰ ਜੇ ਨਮਾਜ਼ ਪੜ੍ਹਦਾ, ਜਿਹੜਾ ਪੱਕਾ ਨਮਾਜ਼ੀ ਹੈ, ਪੱਕਾ ਮੁਸਲਮਾਨ ਹੈ, ਉਹ ਭਟਕਦਾ ਕਿਉਂ ਫਿਰਦਾ? ਤੇਰੀ ਰੂਹ ਭਟਕਦੀ ਕਿਉਂ ਫਿਰਦੀ ਹੈ? ਇਹ ਦੱਸ ਵੀ ਜਿਵੇਂ ਅਸੀਂ 5 ਬਾਣੀਆਂ ਪੜ੍ਹੀਏ ਤੇ ਭਟਕੀਏ ਕਿਉਂ? ਉਹ ਆਖਣ ਲੱਗਾ ਮੈਂ 5 ਨਮਾਜ਼ਾਂ ਜ਼ਰੂਰ ਪੜ੍ਹਦਾ ਸੀ, ਪਰ ਜੀਵਨ ਵਿੱਚ ਕੋਈ ਗਲਤੀ ਐਸੀ ਹੋਈ ਹੈ, ਦੁਬਾਰਾ ਮੈਨੂੰ ਮਨੁੱਖਾ ਸਰੀਰ ਮਿਲੇਗਾ। ਮੈਂ 84 ਦੇ ਗੇੜ ਵਿੱਚ ਨਹੀਂ ਪਿਆ, ਮਰਿਆ ਜ਼ਰੂਰ ਆ,
मेरी रूह भटकदी फिरदी, मैनू दोबारा मनुखा शरीर मिलना। मैं बचन अपने ग्रंथां च भी कई थावां ते जिक्र आउंदा है, बहुत सारे सिख लिखारी भी ये गल लिखते ने कि जदों कोई इच्छा रख के मर जाए ना कि मैं अमृत छकना है, तैयारी करी बैठा होवे, दाढ़ी रख ली होवे, केस रख ले होण ते नितनेम शुरू कर दिता होवे ते सोच रहा होवे भी बई इस साल च आपां छक लेना है, जां वसाखी वेले तक तैयारी कर रहे हैं, जां दीवान लगने ने अमृत छकांगे, आउंदे साल तक सिंह सजना है। ये इच्छा रखदा जेड़ा बंदा मर जाए, सतगुरु ओनू दोबारा सिखां दे घर जन्म दे दिंदे ने भी हुण छक ले। तेरी ये रीझ रह गई सी, तू हुण छक ले। धर्मकोट दे कोल एक पिंड है, उथों दा एक बच्चा साडे कोल आउंदा हुंदा, जे तुहाडे च कोई बंदा शंका करे मैं ओनू मिलवा सकना। वो बच्चा इस वेले 13 सालां दा है, बाणियां दे घर दा जन्म सी ओदा, बाणियां दे घर दा, ते बच्चे इकट्ठे पढ़दे सी। एक अमृतधारी बच्चा सी, वो आख्या करे मैं यार मेरा दिल करदा मैं भी किरपान पावां, मैं भी गातरा पावां, मैं भी दस्तार बन्ना सिर ते, मेरा भी मन करदा मैं भी अमृतधारी हो जा। पर मां प्यो जेड़े ने वो हुण हिंदू सन सारे, वो मनन ना, कहंदे तेरा तू अमृत किवें छक सकना है। बच्चे दे अंदर रीझ सी ते स्कूल जांदे दे विच एक स्कूटर वाले ने आके ऐसी सट वजी ते ओदी जान सड़क उत्ते निकल गई। दोबारा सिखां दे घर जम्मिया। वो बच्चा निक्का जिहा, वो जेड़े स्कूल विच पढ़दा वो इंग्लिश मीडियम नहीं, पर वो अंग्रेजी ओनू पिछले जन्म वाली याद है। फिर लैके गया, कहंदा मैनू लैके चलो। निक्का जिहा बच्चा जदों भी उन्हें होश संभाली है, उदों तो मूल मंत्र पढ़दा है, गुरमंत्र पढ़दा है, चोला पा के रखदा है, सिर ते दस्तार सजा के रखदा है, घर च उन्हें वाजा रखिया है, कीर्तन करदा है। ते जदों बच्चे नू थोड़ी जी संभाल आई, वो कहंदा मैनू लैके चलो, मेरे पिंड मेरी मौत एक्सीडेंट च होई सी। लैके गए, फिर वो लैके गए सड़क उत्ते, उन्हें दस्सिया भी इस थां ते एक्सीडेंट होया सी। लोग मनन ना, विच कई बंदे उस वेले टीवी वाले भी एक गए सी, उस वेले रिकॉर्डिंग नाल नाल कीती। कहंदे अच्छा असीं नहीं मनदे, आपे जा, घर तेरा किहड़ा है। सड़क तो अपने घर तक वो बच्चा अगे लग के गया भी आ मेरा घर है, आ मेरी मां है, आ मेरा पिता। ते मैनू उन्होंने दस्सिया जदों आउंदे ने साडे कोल, मैं पुछदा हुन्ना भी तुहाडा जिहड़ा पिछला परिवार है, कहंदे जी वो प्यार बहुत करदे ने, बस असीं इहनू लै जाने आ, रखड़ी भी इहदी भैण इहनू बन्नदी है, पिछले जन्म दी है, बाणियां दे घर च जम्मिया सी, हिंदू सी, इच्छा रखी कि मैं भी अमृतधारी होवां, ओहदी मौत हो गई, सिख घर च जम्मिया हुण, सिख घर च। ते मैं अर्जे करनी चाहुंदा, रीझ रह जाए ना जे मन च, ते महाराज सच्चे पातशाह दोबारा सेवा दा मौका दे दिंदे। पवित्र रूहां हुण भी ने। मैं समाने परसों दीवान च बेनती कीती सी, मैं फिर कर देना। 13वां पन्ना एक किताब है, उस किताब च इस गल दा जिक्र है, तुसी पढ़ सकते हो। मैं फिर अर्ज कर दिया, मैं जिक्र तां नाल किताबां दा कैसटां दा कर रहा भी कोई बंदा ये ना आखे भी एडी वड्डी गल स्टेज ते किवें कह गए, मैं तां जिक्र कीता। 13वां पन्ना किताब है, उस किताब विच एक गल दा जिक्र है, जतिंदर सिंह कर्मजोगी। कर्मजोगी ਉਹਨੂੰ ਕਹਿੰਦੇ ਨੇ ਜਿਹੜਾ ਬੰਦਾ ਆਪਣੇ ਕੰਮ ਪ੍ਰਤੀ ਵਫਾਦਾਰ ਹੈ। ਤੁਹਾਡੇ 'ਚ ਜਿੰਨੇ ਬੈਠੇ ਨੇ ਜਿਹੜੇ ਆਪਣੇ ਆਪਣੇ ਕੰਮ ਕਰਦੇ ਨੇ, ਭਾਵੇਂ ਖੇਤੀ ਕਰਦੇ ਨੇ, ਭਾਵੇਂ ਨੌਕਰੀ ਕਰਦੇ ਨੇ, ਭਾਵੇਂ ਬਿਜ਼ਨਸ ਕਰਦੇ ਨੇ, ਆਪਣੇ ਕੰਮ ਪ੍ਰਤੀ ਵਫਾਦਾਰ ਨੇ, ਕੰਮ ਤੋਂ ਭੱਜਦੇ ਨਹੀਂ, ਮੱਝਾਂ ਨੂੰ ਪੱਠੇ ਪਾਉਣ ਤੋਂ ਟਲਦੇ ਨਹੀਂ, ਆਪਣੇ ਪਰਿਵਾਰ ਨੂੰ ਪਾਲਦੇ ਹੋ, ਦਸਾਂ ਨੌਵਾਂ ਦੀ ਕਿਰਤ ਕਰਦੇ ਹੋ, ਤੇ ਸਾਰੇ ਹੀ ਕਰਮਜੋਗੀ ਹੋ। ਆਖੋ ਸਤਨਾਮ। फिर गज के आखो सतनाम। गुरमुखो सारे कर्म जोगी हो। जेड़ा बंदा कर्म जोगी नहीं, वो होर कोई जोग नहीं कमा सकता। पहले नंबर ते कर्म जोगी। जेड़ा बंदा कर्म जोगी नहीं, अपने कर्म प्रति वफादार नहीं, कम तो टलदा है, टीचर बन गया, प्रोफैसर बन गया, जां बैंक मैनेजर बन गया। किन्ने तरह के लोग ने जेड़े टलदे फिरदे ने अपने काम तो। साल दे विच उन्हां ने 4-4 महीने छुट्टियां ले लेणियां ने, काम ते जाना ही नहीं। सरकारी स्कूलों में वेखदे ही हो तुसीं की हाल है। बहुत घट लोग ने इस लाइन दे जेड़े आखण कि असीं अपने काम नूं काम समझना है, साडी ये पहली जिम्मेवारी है। जेड़ा बंदा अपने काम प्रति वफादार है,
अपने कामां नूं सही ढंग नाल निभाउंदा है, वो कर्म जोगी है। ते कर्म जोगी बनन तो बिना गुरमुखो कोई जोग नहीं कमाया जा सकता। जेड़ा बंदा कर्म जोगी नहीं, लख समाधि ला ले नहीं लगनी। जेड़ा बंदा कर्म जोगी नहीं, हक सच दी किरत कमाई नहीं करता, वो बंदा जिन्ना मर्जी पाठ करी जाए उदू शांति नहीं आ सकती। कम सही करना, अपने कम तो नहीं भजना, किरत करनी, कर्म जोगी। ते जतिंदर सिंह कर्म जोगी इस करके काम प्रति बड़ा वफादार है, ਉਹਦੇ ਨਾਂ ਨਾਲ ही कर्म जोगी लग जाता। ਉਹਦੇ ਨਾਂ ਨਾਲ ਜਿਹੜਾ ਬੰਦਾ ਜਿੱਦਾਂ ਦਾ ਹੋਵੇ ਲੋਕ ਕਹਿਣ ਲੱਗ ਪੈਂਦੇ ਨੇ ਵੀ ਫਲਾਣਾ ਬੰਦਾ ਬੜਾ ਚੰਗਾ ਹੈ, ਕੋਈ ਚੰਗੀ ਸੇਵਾ ਕਰਦਾ ਹੈ। ਤੇ ਸੰਗਤ ਜੀ ਉਹਨਾਂ ਨੇ ਆਪਣੀ ਹੱਡ ਬੀਤੀ ਲਿਖੀ, 13ਵਾਂ ਪੰਨਾ ਕਿਤਾਬ ਵਿੱਚ ਛਪੀ ਹੋਈ ਹੈ। ਉਹ ਲਿਖਦੇ ਨੇ, ਮੈਂ ਕਪੂਰਥਲੇ ਦਾ ਰਹਿਣ ਵਾਲਾ, मेरी मां कई सालों तो हेमकुंड साहब जाण दी इच्छुक सी, मैं हेमकुंड साहब जावां। जाण जाण करदी सी, लत्तां दुखदियां करके गोडे दुखदे सी, जाया नहीं सी जांदा। ਉਹ ਕਵੇ ਵੀ ਮੇਰੇ ਤੋਂ ਤੁਰ ਕੇ ਜਾਇਆ ਨਹੀਂ ਜਾਣਾ, ਜਾਣਾ ਹੈ ਤੇ ਮੈਂ ਤੁਰ ਕੇ ਜਾਣਾ। ਕਹਿੰਦਾ ਇੱਕ ਵਾਰੀ ਕਪੂਰਥਲੇ ਤੋਂ ਜਥਾ ਤਿਆਰ ਹੋਇਆ, ਸਟੇਟ ਗੁਰਦੁਆਰੇ ਤੋਂ ਸੰਗਤ ਨੇ ਤੁਰਨਾ ਸੀ। ਉੱਥੇ ਸਟੇਟ ਗੁਰਦੁਆਰਾ ਕਪੂਰਥਲੇ, ਉੱਥੋਂ ਸੰਗਤ ਨੇ ਤੁਰਨਾ ਸੀ। ਤੇ ਮੈਂ अपनी मां नूं आख्या, माता इच्छा तेरी रह ही जाएगी, तू खच्चर ते बह के जाई, पर जा जरूर, वेखी जाएगी जिन्ना कु तुरिया जाएगा तुर पई। इधर खच्चर ते बह के चल जी, यात्रा ते कर आ, दर्शन ते कर आ, एवें ही ना तेरी रीझ रह जाए मन च, एवें ही ना मर जाए किते विच ही रह जाए रीझ। गुरमुखो माता पिता दो जने संगत दे नाल तैयार होए। जदों गए ना उत्थे हेमकुंड साहब, गोबिंद घाट, पहला गोबिंद घाट आउंदा है, फिर गोबिंद धाम आउंदा है, फिर हेमकुंड साहब। गोबिंद घाट ते गड्डियां खिलार दित्तियां, उथों पैदल तुरना सी। 4 किलोमीटर बीबी तुरी, उदू गां तुरिया ना जाए, लत्तां दुखन लग पईयां। सारी संगत अगे लंघ गई, जथा अगे लंघ गया, सब तो लेट हो गई। जदों लेट होई ते ओने नूं फिर गुरमुखो चिंता बड़ी है कि मैं पिछे रह गई, नेरा पै रहा सी, उत्तों सफर बड़ा सी। अजे एक नौजवान बच्चा आया, दस्तार ओदे बन्नी हुई, उन्हें इदां हथ फड़िया, माता दा हथ फड़िया, एकदम इदां लगा जिवें शरीर नूं ताकत मिल गई होवे। बाह फड़ के कहंदा, माता उठ चलीए, हिम्मत कर, आपां चलीए, छेती दर्शन करिए। वो बाह तो फड़ के लै गया नाल। गोबिंद घाट पहुंच गए, कहंदे माता सवेरे आ जांगा, सवेरे फिर तेनू उपर लै जांगा, धाम तो हेमकुंड साहब। पैदल यात्रा अगले दिन फिर करनी सी। जदों तुरन दा टाइम आया, पूरे टाइम ते आ गया। काका तेरा नां की है? मेरा नां सुरिंदर सिंह। कित्थों दे रहन वाला है? बॉम्बे दे रहन वाला। एड्रैस देता पूरा। गोबिंद घाट धाम तो तुरे, हेमकुंड साहब दर्शन कराए माता नूं। सब तो अगे इशनान करवा के मत्था टिका के वापस लेके आया, सिरे तक लियाया। जदों सिरे तक लियाया ते फिर धन्नवाद कीता। जतिंदर सिंह ने लिखिया है, मेरे माता पिता ने धन्नवाद किया, ते साडा अपना पुत्र भी हुंदा उन्हें भी इन्नी सेवा नहीं सी करनी, जे साडा अपना भी हुंदा। वो सुरिंदर सिंह आखन लगा, मैनू अपना बनाया है ना, ते मेरी भैन दा फलानी तरीक नूं विआह होना है, बॉम्बे आ मेरा एड्रैस है, जे मां प्यो बने हो ते विआह ते आयो। एड्रैस देता उन्हें, हुण एड्रैस मिल गया, कहंदे आवांगे जरूर। मेरे माता पिता कहंदे वापस आ गए कपूरथले। उन्होंने मैनू चिट्ठी लिखी, पुत्रा सुरिंदर सिंह ने तेरे तो भी वध साडी सेवा की, असी ते जा नहीं सकते बॉम्बे, पर तू जा ते जाके साडे वल्लों हाजरी लवा दे बॉम्बे। जे ते ना जाया गया ते ठीक है, जे ना जाया गया ते घट तो घट चिट्ठी लिख दी, माफी मंग ली भी आया नहीं गया, सगन भी भेज दी ते चिट्ठी भी लिख दे। कर्म जतिंदर सिंह ने चिट्ठी लिखी भी मेरे माता पिता ने आना सी, आ नहीं सके। सुरिंदर सिंह तेरा बहुत धन्नवाद, तू मेरे माता पिता की बड़ी सेवा की। तेरी भैन दे विआह ते असीं आना सी, नहीं आ सके, माफी मंगने। इदां चिट्ठी लिख के भेज दी। गुरमुखो महीने तो बाद चिट्ठी मुड़ के आई। किन्ने लिखिया जवाब? ओदा ओदे प्यो ने। कहन लगे, जतिंदर सिंह जी बड़ी खुशी हुई, विआह बड़ा सोहना हो गया। इसे तरीक दा विआह सी जिहड़ा विच लिखी सी चिट्ठी। विआह हो गया, सगन पहुंच गया, सब कुछ ठीक है, पर तुहानू एक गल दुख नाल दसने आ, साडे पुत्र नू चढ़ाई कीते नू 10 साल हो गए। 10 साल हो गए उन्होंने चढ़ाई कीते।
आनंदपुर साहब सेवा चली सी, गड्डी विच जा रहा सी, आनंदपुर साहब सेवा करांगा, रस्ते दे विच ओदी मौत हो गई सी। सेवा बहुत करदा सी, बहुत गुरुद्वारे सेवा करदा सी, हर वेले ही रहिंदा सी कि सेवा करिए। आनंदपुर साहब सेवा चल रही सी, सेवा विच गई गड्डी दा एक्सीडेंट हो गया, उत्थे ओदी मौत होण कारण साडा बच्चा सुरिंदर सिंह 10 साल पहला चढ़ाई कर गया है। पर इस गल दी दुख नाल कहना पैंदा साडा पुੱਤ दुनिया च नहीं, पर इस गल दी सानू खुशी बड़ी है भी दुनिया चों जाण तो बाद भी गुरु गोबिंद सिंह ने ओनू अपनी सेवा। उस वेले मस्कीन जी पुछदे ने, कहंदे 5 नमाज़ां अदा करन वालिया ओए तू क्यों भटकदा फिरना है? उस वेले उन्हें जवाब दिता, कहंदा ओदा कारण यह है भी कोई गलती हुई है मेरे तो, जिहदे करके मैनू मानुख तन मिलेगा दोबारा। अच्छा, कहंदे फिर तू शरीर विच आउंदा क्यों नहीं? किसे शरीर च प्रगट हो जा, तेरी रूह किसे च प्रवेश हो जाएगी, शरीर जन्म ले लै। आखन लगा मैनू पवित्र कुख नहीं लभदी, पवित्र कुख, पवित्र कुख, पवित्र मां नहीं लभदी। वो घर लभदा फिरदा, जेड़े घर जावां घर नहीं लभदा। मस्कीन जी ने पूछया, ये लिखी हुई गल है उन्हां दी किताब विच, ते रिकॉर्डिंग भी है, उहदी टेप भी है। उन्होंने अगों जवाब पूछया, कहंदे ए दस भी तेरे वर्गे होर भी ने? कहंदा बड़े फिरदे ने। अच्छा, तुसीं इत्थे ही आउंदे हो? कहंदे कथा च भी आ जाने आ, कीर्तन च भी आ जाने आ। माड़ियां रूहां बदरूहां उत्थे नूं जा बहिंदियां ने जिथे शराबां वाले बैठे हुंदे आ, ते पवित्र रूहां ਜਿਹੜੀਆਂ ਹੁੰਦੀਆਂ ਨੇ ਉਹ ਕਹਿੰਦੇ ਚੰਗੀਆਂ ਥਾਵਾਂ ਤੇ ਜਾ ਕੇ ਬਹਿੰਦੀਆਂ ਨੇ। ਕਹਿੰਦੇ ਅਸੀਂ ਬੜੀ ਵਾਰੀ ਤੁਹਾਡੀ ਕਥਾ ਸੁਣਨ ਆਉਂਦੇ ਆ, ਅਸੀਂ ਅੰਮ੍ਰਿਤਸਰ ਬਹੁਤ ਜਾਂਦੇ ਆ। ਕਹਿੰਦੇ ਦਰਬਾਰ ਸਾਹਿਬ ਤੇ ਪਤਾ ਹੀ ਨਹੀਂ ਕਿੰਨੇ ਕੁ ਫਰਿਸ਼ਤੇ ਜਾਂਦੇ ਨੇ। ਆਖੋ ਸਤਨਾਮ। ਅੰਮ੍ਰਿਤਸਰ ਉਹਨੇ ਲਿਖਿਆ ਵੀ ਅੰਮ੍ਰਿਤਸਰ ਤੇ ਪਤਾ ਹੀ ਨਹੀਂ ਕਿੰਨੀਆਂ ਕੈਸੀਆਂ ਪਵਿੱਤਰ ਰੂਹਾਂ ਉੱਥੇ ਕੀਰਤਨ ਸੁਣਦੀਆਂ ਨੇ ਜਾ ਕੇ। ਤੁਸੀਂ ਕਮਾਲ ਮੰਨ ਜਾਓਗੇ। ਇੱਕ ਕਿਤੇ ਬੰਬ ਚਲਾ ਦਿਓ, ਵੇਖੋ ਚਿੜੀਆਂ ਕਿਵੇਂ ਦੌੜਦੀਆਂ ਨੇ। ਅੰਮ੍ਰਿਤਸਰ ਰਹਿਣ ਵਾਲੀਆਂ ਚਿੜੀਆਂ ਨੂੰ ਜ਼ੋਰ ਲਾ ਲਓ ਤੁਸੀਂ, ਦੀਵਾਲੀ ਵਾਲੀ ਰਾਤ ਨੂੰ ਵੀ ਨਹੀਂ ਉੱਡਦੀਆਂ, ਉੱਥੇ ਹੀ ਬਹਿਣਗੀਆਂ ਦਰਖਤਾਂ। ਕੀ ਖਿੱਚ ਹੈ ਉਹਨਾਂ ਨੂੰ, ਉਹਨਾਂ ਨੂੰ ਵੀ ਪਤਾ ਹੈ। ਉੱਥੇ ਰਹਿਣ ਵਾਲੀਆਂ ਮੱਛੀਆਂ ਵੀ ਪਿਛਲੇ ਜਨਮਾਂ ਦੇ ਭਗਤ ਨੇ, ਸਿੱਖ ਨੇ, ਸੇਵਕ ਨੇ, ਜਿਹੜੇ ਉੱਥੇ ਰਹਿਣ ਵਾਲੇ ਨੇ ਜੀਵ। ਉੱਥੇ ਤੁਸੀਂ ਵੇਖੋਗੇ ਦੀਵਾਲੀ ਵਾਲੀ ਰਾਤ ਨੂੰ ਤਜਰਬਾ ਕਰਕੇ ਵੇਖੋ। ਮੇਰੀ ਗੱਲ ਤੇ ਭਰੋਸਾ ਨਾ ਕਰਿਓ, ਤਜਰਬਾ ਕਰਿਓ। ਅਗਲੇ ਸਾਲ ਦੀਵਾਲੀ ਆਉਣੀ ਹੈ, ਤੁਸੀਂ ਜਾ ਕੇ ਵੇਖੋ, ਅੰਤ ਹੀ ਕੋਈ ਨਹੀਂ। ਇੰਨੇ ਪਟਾਕੇ ਬੰਬ ਚੱਲਦੇ ਹੋਣਗੇ, ਪਰ ਚਿੜੀਆਂ ਉੱਥੇ ਆਰਾਮ ਨਾਲ ਬੈਠੀਆਂ ਰਹਿੰਦੀਆਂ ਨੇ, ਛੱਡਦੀਆਂ ਨਹੀਂ। ਸਤਿ ਸ੍ਰੀ ਅਕਾਲ। ਜਿਨ੍ਹਾਂ ਨੇ ਸਤਿਗੁਰਾਂ ਦਾ ਬੂਹਾ ਮੱਲਿਆ ਹੋਵੇ, महाराज कदे नहीं थाउंदे गुरमुखो, कदे नहीं अपने सेवक नूं धक्कदे। कोई शरधा नाल आवे ते सही, कोई प्रेम करन वाला होवे ते सही, कोई शीश झुकाउण वाला नीवा हो के आउण वाला होवे ते सही। गुरमुखो महाराज दोबारा भी मौका देंदे ने। इस करके सेवा करिए, मनो जान भी चली जाए कोई नहीं। साध संगत विच तुरे जाने, ट्राली च बैठे, मनो चलीए, राज किते जे किते एक्सीडेंट भी हो गया, मर भी गए ते तां भी सेवा च लग जाएंगे। उस वेले कहंदे भाई वेखो हुण इत्थे मेरी गल सुणियो चंगी तरह। मस्कीन जी ने पूछया, कहंदे ए दसो भी किथे किथे रहिंदे हो? कहंदे जिथे पवित्र थां होवे उत्थे साडा वासा, पवित्र कुख च साडा वासा कर लैने आ, जन्म ले लैने आ। ते जे कोई पवित्र हिरदा होवे उस हिरदे च भी बह जाने आ, पवित्र हिरदा। ते मैं अर्ज करा, जो बाबा दीप सिंह वर्गे गुरमुख प्यारे पवित्र रूहां वो किते नहीं गईयां, वो अज भी इत्थे ही ने। जेड़ा शरधा वाला है, जिहदा मन पवित्र है, जिहदा हिरदा पवित्र है, साफ सफाई रखदा है, घर पवित्र है, शराब नहीं वड़न देंदे, मास नहीं वड़न देंदे, झूठ नहीं, चुगली नहीं, निंदिया नहीं, वो गाने पुठे सीधे टेपां उन्हां दे घरां विच जिन्हां च नहीं चलदियां। ये सच्चाई है कि उत्थे इहो जिहियां रूहां दा वासा हो सकदा है, इहदे च कोई अत कथ नहीं। उत्थे बह जाणगियां आके, उत्थे मन जुड़ेगा। पर एक गल होर है, जे किसे ते कृपा हो जाए ना, वो रस लैंदा है, वो सिर मार के नहीं कहन लग जांदा भी आजो बाबा दीप सिंह आ गया। वो ये काम नहीं करदा। ये गल भी लिखण वाली है, ये नोट रखण वाली गल है भी जेड़ा बंदा जिहदे ते माड़ी मोटी बख्शिश हो जाए ना, गुरमुखो कृपा हो जाए, वो फिर इदां दे काम नहीं करदा, वो ते आनंद लैंदा है बस।
ਉੱਥੇ ਰਸ ਲੈਂਦਾ ਹੈ। हे ਸੱਚੇ ਪਾਤਸ਼ਾਹ, ਪਵਿੱਤਰ ਰੂਹਾਂ ਦਾ ਉੱਥੇ ਵਸ ਹੈ ਜਿੱਥੇ ਹਿਰਦੇ ਪਵਿੱਤਰ ਨੇ, ਜਿੱਥੇ ਮਨ ਪਵਿੱਤਰ ਨੇ।